ਹੈਲੋ ਸਟੂਡੈਂਟਸ, ਅੱਜ ਆਪਾਂ ਗਣਿਤ ਦੀ ਦੁਨੀਆ 5ਵੀਂ ਸ਼੍ਰੇਣੀ ਦਾ ਅਭਿਆਸ ਨੰਬਰ 3.2 ਕਰਾਂਗੇ। ਕਿਸੇ ਬੱਚੇ ਨੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਹੋਇਆ ਸੀ ਵੀ ਪਲੀਜ਼ ਮੈਮ 3.2 ਅਭਿਆਸ ਕਰਵਾ ਦਿਓ, ਤਾਂ ਉਸ ਕਰਕੇ ਇਹ ਵੀਡੀਓ ਬਣਾ ਰਹੀ ਹੈ। ਬਾਕੀ ਬੱਚੇ ਵੀ ਵੈਸੇ ਇੰਪੋਰਟੈਂਟ ਹੈ ਐਕਸਰਸਾਈਜ਼ ਕਾफ़ੀ, ਪਰ ਇਹ ਐਕਸਰਸਾਈਜ਼ ਸਟਾਰਟ ਕਰਨ ਤੋਂ ਪਹਿਲਾਂ ਬੱਚੋ ਬਾਕੀ ਵੀ ਬੱਚਿਆਂ ਨੂੰ ਮੈਂ ਕਹਿ ਰਹੀ ਹਾਂ, ਕੋਈ ਵੀ ਤੁਹਾਨੂੰ ਐਕਸਰਸਾਈਜ਼ ਟਫ ਲੱਗਦੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ ਪਾ ਦਿਆ ਕਰੋ, ਤਾਂ ਐਕਸਰਸਾਈਜ਼ ਦੀ ਵੀਡੀਓ ਤੁਹਾਨੂੰ ਜ਼ਰੂਰ ਮਿਲ ਜੂਗੀ। ਹੁਣ ਉਹ ਕਹਿੰਦੇ ਹੇਠਾਂ ਲਿਖੀਆਂ ਸੰਖਿਆਵਾਂ ਦੇ ਸਮੂਹਾਂ ਵਿੱਚੋਂ ਅਭਾਜ ਸੰਖਿਆ। ਤਾਂ ਬੱਚੋ ਇਹ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹੀ ਕਹਿ ਰਹੀ ਹਾਂ ਮੈਂ, ਅਭਾਜ ਅਤੇ ਭਾਜ ਇਹ ਦੋਨਾਂ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਇਹ ਐਕਸਰਸਾਈਜ਼ ਫੇਰ ਹੀ ਸਮਝ ਆਊਗੀ। ਅਭਾਜ ਸੰਖਿਆ ਨੂੰ ਆਪਾਂ ਇੰਗਲਿਸ਼ ਦੇ ਵਿੱਚ ਬੱਚੋ ਪ੍ਰਾਈਮ ਨੰਬਰਸ ਵੀ ਕਹਿੰਦੇ ਆ। ਪ੍ਰਾਈਮ ਨੰਬਰਸ ਉਹ ਹੁੰਦੇ ਆ ਜਿਹਦੇ ਇੱਕ ਜਿਹੜੇ ਗੁਣਨਖੰਡ ਦੋ ਹੀ ਹੋਣ, ਔਰ ਦੋ ਗੁਣਨਖੰਡ ਵੀ ਉਹ ਹੋਣ ਇੱਕ ਉਹ ਆਪ ਹੀ ਹੋਵੇ ਅਤੇ ਇੱਕ ਹੋਵੇ। ਜੇ ਇਹ ਵਾਲੀ ਇਸ ਤਰੀਕੇ ਨਾਲ ਨਹੀਂ ਸਮਝ ਆਉਂਦਾ ਤਾਂ ਸਿੱਧਾ ਜਿਹਾ ਤਰੀਕਾ ਹੈ ਬੱਚੋ, ਜਿਵੇਂ ਤੁਸੀਂ ਪਹਾੜੇ ਬੋਲਦੇ ਹੋ, ਉਹ ਆਪਦੇ ਪਹਾੜੇ 'ਚ ਹੀ ਆਵੇ, ਦੂਜੇ ਹੋਰ ਕਿਸੇ ਦੇ ਪਹਾੜੇ 'ਚ ਆਵੇ ਹੀ ਨਾ, ਉਹ ਵਾਲੀ ਸੰਖਿਆ। ਜਿਵੇਂ ਹੁਣ ਆਪਾਂ 2 ਲੈਂਦੇ ਹਾਂ, 2 ਏਕਮ 2, ਦੋ ਦੇ ਪਹਾੜੇ 'ਚ ਆ ਰਿਹਾ, ਉਹਦਾ ਗੁਣਨਖੰਡ ਇੱਕ ਤਾਂ 2 ਹੀ ਹੋ ਗਿਆ, ਇੱਕ ਹੋ ਗਿਆ। ਹੁਣ 2 ਹੋਰ ਕਿਸੇ ਦੇ ਪਹਾੜੇ 'ਚ ਤਾਂ ਨਹੀਂ ਆਉਂਦਾ। ਐਂ ਤੁਸੀਂ 3 ਦੇਖ ਲਓ, ਹੁਣ 3 ਹੈ, 3 ਏਕਮ 3, 3 ਸਿਰਫ ਇੱਕ ਦੇ ਪਹਾੜੇ 'ਚ ਆਊਗਾ, ਇੱਕ ਤੀਆ, ਇੱਕ 3 ਦੇ ਪਹਾੜੇ 'ਚ ਆਊਗਾ। ਇਸੇ ਤਰੀਕੇ ਨਾਲ ਤੁਸੀਂ ਲੈ ਲਓ 7 ਦੇ ਪਹਾੜੇ 'ਚ ਆਉਂਦਾ ਹੈ ਅਤੇ ਇੱਕ ਦੇ ਪਹਾੜੇ 'ਚ ਆਉਂਦਾ ਹੈ। ਹੁਣ ਸਪੋਜ਼ ਆਪਾਂ 4 ਲੈਂਦੇ ਹਾਂ, 4 ਸੰਖਿਆ ਲੈ ਲੈਂਦੇ ਹਾਂ, 4 2 ਦੇ ਪਹਾੜੇ 'ਚ ਵੀ ਆ ਜਾਂਦੀ ਹੈ, 2 ਦੂਣੀ 4। ਇਸ ਕਰਕੇ ਜਿਹਦੇ 2 ਤੋਂ ਜ਼ਿਆਦਾ ਗੁਣਨਖੰਡ ਹੋ ਜਾਣ ਉਹਨੂੰ ਆਪਾਂ ਅਭਾਜ ਸੰਖਿਆ ਨਹੀਂ ਕਹਿੰਦੇ, ਭਾਜ ਸੰਖਿਆ ਕਹਿੰਦੇ ਆ। ਹਟਾ ਦਿੰਦੇ ਆ, ਉਹਦੀ 2 ਤੋਂ ਜ਼ਿਆਦਾ ਹੋ ਜਾਂਦੇ ਹੈ। ਅਭਾਜ ਸੰਖਿਆ ਪ੍ਰਾਈਮ, ਉਹਨੂੰ ਇੰਗਲਿਸ਼ ਅਸੀਂ ਜਿਵੇਂ ਆ ਨੀਚੇ ਦਿੱਤਾ ਹੈ, ਇਹਨੂੰ ਅਸੀਂ ਬੋਲਦੇ ਹਾਂ ਕੰਪੋਜ਼ਿਟ ਨੰਬਰਸ। ਤਾਂ ਇਹ ਤੁਸੀਂ ਇੱਕ ਆਪਣੀ ਕਾਪੀ ਦੇ ਵਿੱਚ ਜ਼ਰੂਰ ਸਭ ਨੇ ਲਿਖ ਕੇ ਰੱਖਣਾ ਹੈ ਅਭਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ, ਕਿਉਂਕਿ ਮੈਥਸ ਬੇਟੇ ਜਿੰਨੀ ਪ੍ਰੈਕਟਿਸ ਕਰੋਗੇ ਇਹ ਪ੍ਰੈਕਟਿਸ ਨਾਲ ਹੀ ਆਉਣਾ। ਚਾਹੇ ਤੁਹਾਨੂੰ ਸਵਾਲ ਆਉਂਦੇ ਹੈ, ਬੱਚਿਆਂ ਦਾ ਕੀ ਹੁੰਦਾ ਹੈ, ਜੇ ਇੱਕ ਸਵਾਲ ਸਾਨੂੰ ਸਮਝ ਆ ਗਿਆ ਜੀ, ਉਸ ਤੋਂ ਅੱਗੇ ਜੇ 10 ਸਵਾਲ ਹੈ ਤੁਸੀਂ ਕਰਦੇ ਹੀ ਨਹੀਂ। ਬੱਚੋ 10 ਚਾਹੇ ਬਿਲਕੁਲ ਸੇਮ ਹੈ, ਉਹਨਾਂ ਨੂੰ 10 ਕੁਐਸਚਨਸ ਨੂੰ ਪ੍ਰੋਪਰ ਵੇ ਨਾਲ ਕਰਨਾ ਹੈ, ਫਿਰ ਹੀ ਪ੍ਰੈਕਟਿਸ ਹੁੰਦੀ ਹੈ। ਪ੍ਰੈਕਟਿਸ ਮੇਕਸ ਪਰਫੈਕਟ ਮੈਨ। ਤਾਂ ਇਹ ਐਵੇਂ ਨਹੀਂ ਪ੍ਰੋਵਰਬ ਬਣਾਈ ਗਈ, ਇਹ ਕੁਝ ਸੋਚ ਕੇ ਹੀ ਬੱਚੋਂ ਬਣੀ ਹੋਈ ਹੈ। ਅਭਾਜ ਸੰਖਿਆਵਾਂ ਪ੍ਰਾਈਮ ਨੰਬਰਸ ਉਹ ਸੰਖਿਆਵਾਂ ਜਿਸ ਦੇ ਸਿਰਫ 2 ਹੀ ਗੁਣਨਖੰਡ ਹੋਣ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਅਭਾਜ ਸੰਖਿਆਵਾਂ ਕਹਿੰਦੇ ਹਾਂ। ਜਿਵੇਂ ਕਿ 2 3 5 7 ਤੇ ਤੁਹਾਨੂੰ ਸਮਝਾਇਆ ਸੀ ਮੈਂ। ਭਾਜ ਸੰਖਿਆਵਾਂ ਕੰਪੋਜ਼ਿਟ ਨੰਬਰਸ ਵੀ ਕਹਿੰਦੇ ਹਾਂ ਇਹਨੂੰ ਆਪਾਂ, ਉਹ ਸੰਖਿਆਵਾਂ ਜਿਸ ਦੇ 2 ਤੋਂ ਵੱਧ ਗੁਣਨਖੰਡ ਹੋਣ, ਇਹਦੇ 'ਚ 2 ਹੀ ਹੋਣ, ਜਿਹਦੇ 2 ਤੋਂ ਜ਼ਿਆਦਾ ਗੁਣਨਖੰਡ ਹੋਣ ਉਹਨਾਂ ਨੂੰ ਭਾਜ ਸੰਖਿਆਵਾਂ ਕਹਿੰਦੇ ਹਨ। ਜਿਵੇਂ 4 6 8 ਅੱਗੇ ਫਰਦਰ ਹੋਰ ਵੀ ਹੁੰਦੀਆਂ। ਇੱਕ ਧਿਆਨ ਰੱਖਣਾ ਹੈ, ਜਿਹੜੀ ਇੱਕ ਸੰਖਿਆ ਹੈ ਉਹ ਨਾ ਹੀ ਭਾਜ ਸੰਖਿਆ ਹੈ ਅਤੇ ਨਾ ਹੀ ਅਭਾਜ ਹੈ। ਜਿਹੜੀਆਂ ਅਭਾਜ ਸੰਖਿਆਵਾਂ 2 ਤੋਂ ਸ਼ੁਰੂ ਹੁੰਦੀ ਹੈ, 2 ਸਭ ਤੋਂ ਛੋਟੀ ਅਭਾਜ ਸੰਖਿਆ ਹੈ, 2 ਹੀ ਇਕੱਲੀ ਇਹ ਜਿਹੀ ਹੈ ਬੱਚੋ ਜਿਹੜੀ ਜਿਸਤ ਹੈ, ਬਾਕੀ ਸਾਰੀਆਂ ਟਾਂਕ ਸੰਖਿਆਵਾਂ ਨੇ ਅਭਾਜ। 2 ਇਕੱਲੀ, ਇਹ ਕਿਉਂਕਿ ਕੁਐਸਚਨ MCQ 'ਚ ਆ ਸਕਦਾ ਹੈ ਔਰ ਇਹ ਪੱਕਾ ਆਏਗਾ ਹੀ ਆਏਗਾ ਤੁਹਾਨੂੰ ਨੈਸ ਦੇ ਵਿੱਚ ਵੀ 2 ਜਿਹੜੀ ਹੈਗੀ ਕਿ ਜਾਂ ਇੱਕ ਭਾਜ ਸੰਖਿਆ ਹੈ ਕਿ ਨਹੀਂ, ਇਹ ਯਾਦ ਰੱਖਣਾ ਹੈ। ਇੱਕ ਜਿਹੜੀ ਸੰਖਿਆ ਹੈ ਬੱਚੋ ਨਾ ਭਾਜ ਹੈ ਨਾ ਹੀ ਅਭਾਜ ਹੈ, 2 ਤੋਂ ਸ਼ੁਰੂ ਹੁੰਦੀਆਂ, ਔਰ 2 ਇਕੱਲੀ ਇਹ ਜਿਹੀ ਸੰਖਿਆ ਹੈ ਜਿਹੜੀ ਅਭਾਜ ਜਿਸਤ ਹੈ, ਬਾਕੀ ਸਾਰੀਆਂ ਅਭਾਜ ਸੰਖਿਆਵਾਂ ਟਾਂਕ ਨੇ। ਤਾਂ ਆਪਾਂ ਬੁੱਕ ਦੇ ਉੱਪਰ ਆਉਂਦੇ। ਪਹਿਲਾ ਪ੍ਰਸ਼ਨ ਤੁਹਾਡਾ ਬੁੱਕ ਦੇ ਉੱਪਰ ਹੀ ਕਰਨ ਵਾਲਾ। ਹੇਠ ਲਿਖੀਆਂ ਸੰਖਿਆਵਾਂ ਦੇ ਸਮੂਹਾਂ ਵਿੱਚੋਂ ਅਭਾਜ ਸੰਖਿਆਵਾਂ ਚੁਣੋ ਅਤੇ ਲਿਖੋ। ਤਾਂ ਹੁਣ ਇੱਥੇ ਸਿੱਧਾ ਜਿਹਾ ਤਰੀਕਾ ਹੈ 12 ਦੇਖੋ, ਜੇ ਆਪਾਂ 2 ਦੇ ਪਹਾੜੇ 'ਚ ਵੀ ਆਉਂਦਾ ਤਾਂ 3 ਦੇ ਪਹਾੜੇ 'ਚ ਵੀ ਆਉਂਦਾ, ਇਹ ਅਭਾਜ ਸੰਖਿਆ ਨਹੀਂ ਹੈ। 8 ਵੀ 4 ਦੇ ਪਹਾੜੇ 'ਚ ਵੀ ਆਉਂਦੀ ਹੈ, 2 'ਚ ਵੀ। 5 ਇਕੱਲਾ 5 ਦੇ ਪਹਾੜੇ 'ਚ ਆਉਂਦਾ ਹੈ, ਇਹਦੇ ਤੋਂ ਤੁਸੀਂ ਇੱਥੇ ਕਿਤਾਬ ਦੇ ਉੱਪਰ ਹੀ ਗੋਲ ਚੱਕਰ ਲਗਾ ਲਓ। 5 ਹੈ, ਇਸੇ ਤਰੀਕੇ ਨਾਲ 7 ਹੈ ਅਤੇ 3 ਹੈ, 6 ਨਹੀਂ ਹੈ। ਸਮਝ ਆ ਗਿਆ ਬੱਚੋ ਇਹ ਵਾਲਾ ਕਿਉਂ ਇਹਦੇ 'ਤੇ ਅਸੀਂ ਗੋਲ ਲਗਾਏ ਹੈ। B ਵਾਲੇ ਦੇ ਵਿੱਚ ਦੇਖੋ, ਹੁਣ 2 ਅਭਾਜ ਸੰਖਿਆ ਹੈ, 9 3 ਦੇ ਪਹਾੜੇ 'ਚ ਆਉਂਦੀ ਹੈ, ਜਿਹੜਾ ਦੂਜੇ ਦੇ ਪਹਾੜੇ 'ਚ ਆ ਗਿਆ ਉਹਨੂੰ ਅਸੀਂ ਨਹੀਂ ਅਭਾਜ ਸੰਖਿਆ ਗਿਣਨਾ। 11 ਇਕੱਲਾ 11 ਦੇ ਪਹਾੜੇ 'ਚ ਹੀ ਆਉਂਦਾ ਹੈ, ਇਸ ਕਰਕੇ 11 ਅਭਾਜ ਸੰਖਿਆ ਹੈ। 13 ਵੀ ਅਭਾਜ ਸੰਖਿਆ ਹੈ। 16 ਨਹੀਂ ਹੈ, 21 ਵੀ ਨਹੀਂ ਹੈ। 10 ਨਹੀਂ ਹੈ, 10 2 ਦੇ ਪਹਾੜੇ 'ਚ ਆਉਂਦੀ ਹੈ, ਇੱਥੇ 5 ਫਿਰ ਅਭਾਜ ਸੰਖਿਆ ਹੈ।
बाकी बच्चों देखो सारे पहाड़ियाँ च दूजा जा रहे हैं। 33 11 के पहाड़े च आंदा है। 18 हुण 41 देखो 40 1 41 किसी के पहाड़े च आंदा है। 40 1 41 बच्चों जे इत्थों नहीं तो एक इत्थे तुहाडा आ वाले पेज के उपर टेबल बनया होया इत्थे तुसी, पर यह है भी इत्थों देख देख के ही करोगे तो तुहाडे याद नहीं होना। तुहाडे खुद दिमाग दे विच तुहानूं समझ आना चाहिए भी ये क्यों जे गोले लगाए है तो ये किवें लगे हुए है। तो 41 जिहड़ा हैगा बच्चों अभाज्य संख्या है, ठीक है। उस तो बाद जिहड़ी 23 है, 23 संख्या पहला देखो किसी के पहाड़े च नहीं आती, तुसी चैक कर सकते हो इत्थे भी 23 आ देखो गोले लगाए हुए। पर ये मैं पेज इस करके नहीं दिखाया, ये ना हो तुसी इत्थों देख के ही इत्थे गोले लगा दो, ये तुहाडे याद होना चाहिए। 23 संख्या, ठीक है। हुण 17 भी अभाज्य संख्या है, 17 के उपर असी लगा देंगे। 19 भी बच्चों अभाज्य संख्या, इत्थे जस्ट चैक वास्ते कर रही हैं तो ये ते लगाता। 27 3 के पहाड़े च आंदा है, 9 दे भी आंदा है। इत्थे देखो 27 ते काटी लगी हुई है, ये वाला इत्थे नहीं है। तो जिन्ने 100 तक इन्होंने करके दिखाते, पर यह हुण तुहानूं 100 तक तो उन्होंने बनाता चार्ट, अगे तो नहीं ना बनाया, अगे तुहानूं समझ खुद नूं होनी चाहिए है। 27 29 हुण देखो 29 भी जिहड़ा हैगा इहदे विच अभाज्य संख्या है, तो असी 29 के उपर राउंड लगावांगे। 37 है, 37 के उपर भी असी लगावांगे। उस तो बाद 47 भी है। 39 ते जिहड़ा 49 है, 49 तो 7 7 49 हुंदा है, ये 3 के उपर वंडिया जाता है। तो ये जिहड़ियां संख्यावां ने अभाज्य संख्यावां आ गईयां साडी। अगे दूसरा प्रश्न है। दूसरे प्रश्न दे विच देखो हुण क्या है, समूहां विच भाज्य संख्यावां, हुण जिन्हां दे 2 तो ज़्यादा ने असी उन्हां दे उपर गोले लगाने। 14 भाज्य संख्या है, 7 नहीं है, 9 भाज्य संख्या है, 6 भाज्य संख्या है। इस तो उपर सीगियां बच्चों अभाज्य, यह भाज्य संख्या में 21 भाज्य संख्या है, 12 भाज्य संख्या है, 18 भाज्य संख्या है, 17 ते 11 नहीं है। 23 जिहड़ी हैगी है ये भी नहीं है, 32 उस तो बाद 15, फिर 10 भाज्य संख्या है, 25 भाज्य संख्या है, 9 भी भाज्य संख्या है, 24 भाज्य संख्या है, 49 भाज्य संख्या है, 50 भाज्य संख्या है। 43 बच्चों नहीं है, 43 अभाज्य संख्या। तो ये तुहाडा प्रश्न बुक के उपर ही होने वाला सी, पर ये तुहानूं समझ आना चाहिए भी किस तरीके नाल ही गोले लगाए हैं। अगले पेज के उपर देखो तुहाडा प्रश्न जिहड़ा है तीसरा प्रश्न है। तीसरे प्रश्न च कहंदा हेठां दित्तियां संख्यावां दा महत्तम समावर्तक। हुण इत्थे जिहड़ी विधि लिखी है जे तां तुहानूं उस तरीके नाल ही करना पैना है। गुणनखंड विधि राही पता करो। ये आप तीसरा प्रश्न जिहड़ा है तुहाडा करते हैं बच्चों। ये तुसी अलग तो अपना रजिस्टर रख लियो या कॉपी जो भी है। तो असी इत्थे तीसरा प्रश्न जिहड़ा अभ्यास है वह करन लगे हैं 3.2। तो 3.2 दे विच तीसरा प्रश्न उन्हें किहड़ी विधि कही है, गुणनखंड विधि। आपां ने गुणनखंड विधि राही करनी है महत्तम समावर्तक। तो ये चो बच्चों पहला प्रश्न तुहाडा हैगा 18 ते 27। तो हुण इहदे च दिता होया है भी तुसी करनी है गुणनखंड विधि राही महत्तम समावर्तक जदों कढना है तो तुसी गुणनखंड विधि राही वो तो कीता होना फैक्टर जिवें आपां बनाने। तो हुण इहदे च 18 है ते 27 है, इन्हां दोनों का असी इस तरीके नाल लिख लेना। 18 2 दे पहाड़े च आंदा है, 2 9 18, 3 तीए 9, 3 एकम 3, इत्थे 3 9 27, 3 तीए 9, 3 एकम 3। तो हुण इहदे देखो ये जिन्ने आएंगे ये अभाज्य गुणनखंड होणगे। हुण आपां ने इत्थे लिखना है 18 दे अभाज्य, क्योंकि अभाज्य है ना ये गुणनखंड। तो 18 दे तुहाडे कोले आ गए 2 गुणा 3 गुणा 3 और 27 दे जिहड़े हैगे
वो आ गए 3 गुणा 3 गुणा 3। तो हुण बच्चों इन्हां दोनों के जिहड़े सांझे है, सांझे अभाज गुणनखंड किहड़े ने, ये दोनों च आ गए 3 गुणा 3। ਤਿੰਨ ਤਿੰਨ ਇਹ ਸਾਂਝੇ ਗੁਣਨਖੰਡ ਜਿਹੜੇ ਹੈਗੇ ਹੈ, ਇਹ ਆ ਗਿਆ ਆਪਣਾ ਮ ਸ ਵ ਮਹੱਤਮ ਸਮਾਵਰਤਕ। 3 ਗੁਣਾ 3 ਕਿੰਨਾ ਹੁੰਦਾ ਬੱਚੋ 9, ਤਾਂ ਆਪਣੇ ਕੋਲੇ ਇਹ 9 ਆ ਗਿਆ। ਇਸ ਤਰੀਕੇ ਨਾਲ ਅਸੀਂ ਇਹ ਸਵਾਲ ਕਰਨੇ ਹੈ। ਸੌਖਾ ਹੀ ਤਰੀਕਾ ਹੈ, ਗੁਣਨਖੰਡ ਵਿਧੀ ਰਾਹੀਂ ਅਸੀਂ ਮਹੱਤਮ ਸਮਾਵਰਤਕ ਕੱਢਣਾ ਹੈ। ਤਾਂ ਅੱਗੇ ਨੈਕਸਟ ਚੱਲਦੇ ਹਾਂ ਆਪਾਂ ਬੀ ਪ੍ਰਸ਼ਨ ਹੈ 21 ਤੇ 63। इस तरीके नाल असी 21 63 ਦੇ ਭਾਜ ਗੁਣਨਖੰਡ ਜਿਹੜੇ ਹੈਗੇ ਹੈ ਗੁਣਨਖੰਡ ਵਿਧੀ ਰਾਹੀਂ ਕਰ ਲਾਂਗੇ। 3 7 21, ਇਹਦੇ 'ਚ 3 7 एकम 7 लास्ट तक करना है। 3 दूनी 6, 3 एकम 3, 3 7 21, 7 एकम 7। ਤਾਂ ਇੱਥੇ ਬੱਚੋ 21 ਦੇ ਤੇ 63 ਦੇ ਅਭਾਜ ਗੁਣਨਖੰਡ 3 ਗੁਣਾ 7, ਇੱਥੇ 3 ਗੁਣਾ 7, तो 3 ਇੱਥੇ ਆ ਗਿਆ, ਇਹਨਾਂ 'ਚੋਂ 7 ਆ ਗਏ। ਤਾਂ ਇਹਦਾ ਮਤਲਬ ਮਹੱਤਮ ਸਮਾਵਰਤਕ ਸਾਡਾ ਇੱਥੇ ਕੀ ਆ ਗਿਆ ਹੈ 3 ਗੁਣਾ 7 21। ਠੀਕ ਹੈ, 21 ਆ ਗਿਆ। ਇਸੇ ਤਰੀਕੇ ਨਾਲ ਸੀ ਪ੍ਰਸ਼ਨ ਕਰਾਂਗੇ 80 ਤੇ 100। 80 ਇੱਥੇ ਲਿਖਾਂਗੇ 100, 80 ਦੇ ਕਰਾਂਗੇ दो। सब तो छोटी भाज संख्या तो ही शुरू करना है। 2 40, 2 20, 2 10, 2 10 20 ना, 2 5 10। तो इत्थे ध्यान नाल देखना ये बच्चों सारे अभाज संख्यावां ने। इत्थे भी 2 नाल शुरू करते हैं। 50, 5 10, 2 5 10, फिर आ गया 5 1 5। तो हुण जे आपां 80 दे ਜਿਹੜੇ ਗੁਣਨਖੰਡ ਅਭਾਜ ਗੁਣਨਖੰਡ 1 2 3 4, 4 ਵਾਰ 2 ਆਇਆ, 1 2 3 4, ਉਸ ਤੋਂ ਬਾਅਦ 5। ਤਾਂ ਬੱਚੋ 100 ਦਾ ਜਿਹੜੇ ਆਏ ਹੈ 2 ਕਿੰਨੀ ਵਾਰ ਆਏ ਹੈ ਸਾਡੇ ਕੋਲ 2 ਵਾਰ ਆਏ ਹੈ, ਔਰ 5 ਵੀ ਕਿੰਨੀ ਵਾਰ ਆਏ ਹੈ ਸਾਡੇ ਕੋਲ 2 ਵਾਰ ਆਏ। ਤਾਂ 2 ਵਾਰ ਤਾਂ ਇਹ ਸਾਂਝੇ ਹੋ ਗਏ, 1 ਵਾਰ 5 ਹੋ ਗਿਆ। ਤਾਂ ਇਹਦਾ ਮਤਲਬ ਮਹੱਤਮ ਸਮਾਵਰਤਕ ਬੱਚੋ ਕਿੰਨਾ ਆ ਗਿਆ। ਹੁਣ ਤਾਂ ਸਾਰਿਆਂ ਨੂੰ ਸਮਝ ਆ ਗਿਆ ਨਾ, ਬਹੁਤ ਸਿੰਪਲ ਹੈ ਇਹ। 2 ਗੁਣਾ 2 ਗੁਣਾ 5, 4 5 20, ਤਾਂ ਆਪਣੇ ਕੋਲੇ 20 ਆ ਗਿਆ। ਇਹਦਾ ਲਾਸਟ ਕੁਐਸਚਨ ਹੈ ਸੈਕਿੰਡ ਥਰਡ ਦਾ 42 ਤੇ 98। ਤੇ ਅਸੀਂ 42 ਤੇ 98 ਦੇ ਅਭਾਜ ਗੁਣਨਖੰਡ ਰਾਹੀਂ ਕਰਾਂਗੇ। ਇਹਦੇ 'ਚੋਂ 2 ਤੇ ਕਰਦੇ ਆ, 2 दूनी 4, 2 एकम 2। ਹੁਣ 3 3 7 21, 7 एकम 7। ਇਹ ਦੇਖੋ ਬੱਚੋ ਸਾਰੇ ਅਭਾਜ ਸੰਖਿਆਵਾਂ ਨੇ। ਇੱਥੇ ਹੁਣ 2 ਨਾਲ ਕਰਾਂਗੇ, 2 ਚੌਕੇ 8, 2 9 18, 7 7 49, 7 एकम 7। ਤਾਂ ਸਾਡੇ ਕੋਲੇ 42 ਦੇ ਜਿਹੜੇ ਗੁਣਨਖੰਡ ਅਭਾਜ ਗੁਣਨਖੰਡ 2 ਗੁਣਾ 3 2 ਗੁਣਾ 3 ਗੁਣਾ 7 ਆ ਗਿਆ, और 98 ਦੇ ਆ ਗਏ ਸਾਡੇ ਕੋਲ 2 ਗੁਣਾ 7 ਗੁਣਾ 7। ਤਾਂ ਇੱਥੇ ਜਿਹੜਾ ਹੈਗਾ 2 ਸਾਂਝੇ ਹੈ, 7 ਸਾਂਝਾ ਹੈ। ਤਾਂ ਇਹਦਾ ਮਤਲਬ ਸਾਡੇ ਕੋਲੇ ਮਹੱਤਮ ਸਮਾਵਰਤਕ ਕਿੰਨਾ ਆ ਗਿਆ ਅਭਾਜ ਗੁਣਨਖੰਡ ਵਿਧੀ ਰਾਹੀਂ 2 ਗੁਣਾ 7 14। ਤਾਂ ਇਹ ਤੁਹਾਡਾ ਤੀਸਰਾ ਪ੍ਰਸ਼ਨ ਹੋ ਗਿਆ। ਅੱਗੇ ਦੇਖੋ ਤੁਹਾਡੀ ਬੁੱਕ ਦੇ ਉੱਪਰ ਲਿਖਿਆ ਹੋਇਆ ਹੈ। ਹੁਣ ਅਸੀਂ ਕਰਾਂਗੇ ਚੌਥਾ ਪ੍ਰਸ਼ਨ। तीसरा प्रश्न असी कर लिया। चौथा है हेठा दित्तियां संख्यावां दा महत्तम समावर्तक गुणनखंड विधि राही पता करो। है तो वही गुणनखंड विधि राही, पर हुण बच्चों इत्थे संख्यावां जिहड़ी दित्तियां होईयां वो 3 है। इत्थे 2 दा असी कर रहे सी, इत्थे 3 दा। उही सेम तरीका है, 2 दा असी जिवें कर कीता भाज विधि राही, उसे तरीके नाल असी जिहड़ा हैगा 3 दा करांगे। तो तिन्नां चों भी असी सांझे ही लभणे है। तां इत्थे चौथा प्रश्न हुण असी करना है। चौथे दे विच बच्चों अपना जिहड़ा हैगा तुसी जदों उपर स्टेटमेंट जरूर लिख लैनी है। 30 50 ते 70 असी 3 जिहड़े संख्यावां ने दिते हुए है। असी सब तो 30 दा 50 दा ते 70 दा हुण तिन्नां दा करांगे। 3 एकम 3 10 30, 2 5 10, 5 एकम 5।
इसे तरीके नाल 50 दा करांगे, 5 10 50, 2 5 10, 5 एकम 5। इसे तरीके नाल 70 दा करांगे बच्चों, 2 तीए 6 ते 2 5 10, 35 दूना 70 हुंदा है ना। फिर 5 7 35, 7 एकम 7। तो उसी तरीके नाल इत्थे हुण असीं तिन्नां दे गुणनखंड लिख लैणे है। 3 गुणा 2 गुणा 5। ये जिहड़ियां संख्यावां होणगीਆਂ बच्चों साडे कोल आउणगीਆਂ, तुसीं ध्यान देइओ, ये सारियां की होणगीਆਂ अभाज्य संख्यावां होणगीਆਂ। तो हुण असीं तिन्नां चों साझा देखना है। 3 इन्हां तिन्नां 'च है नहीं, 2 तिन्नां 'च है, ठीक है। तो महत्तम समावर्तक दे विच असीं एक तो 2 लिखना है। हुण 5 भी तिन्नां 'च है, गुणा 5, तो इन्हां दा महत्तम समावर्तक की आ गया बच्चों, 10 आ गया। तो ये भी ईजी है। बी क्वेश्चन है 24 32 ते 40। इसे तरीके नाल असीं 24 32 40 दा करांगे। 2 एकम 2, 2 दूनी 4, 2 छिके 12, 2 तीए 6, 3 एकम 3, 16 दूनी 32 हुंदे है, 2 8 16, 2 चौके 8, 2 दूनी 4, 2 एकम 2, 2 20 दा 40, 2 10 20, 2 5 10, 5 एकम 5। तो हुण तुसीं इहदे च गुणनखंड 24 दे 32 दे ते 40 दे तिन्नां दे लिखदे ने। 2 दे देखो 1 2 3 गुणा, ਇਹਦੇ 'ਚ 2 कितनी वारी है, 32 च 5 बार है, 1 2 3 4 5। ਇਹਦੇ 'ਚ 40 च 2 3 बार है, गुणा 5। ਇਹਦਾ मतलब 2 ਜਿਹੜੇ ਹੈਗੇ ਹੈ ਉਹ 3 ਵਾਰੀ ਤਿੰਨਾਂ 'ਚ है, ठीक है। ਤੇ महत्तम समावर्तक साडा की आ गया 2 गुणा 2 गुणा 2, 2 दूनी 4, 4 दूनी 8, 8 आ गया साडा आंसर। सी क्वेश्चन ते चलते हैं। सी क्वेश्चन तुहाडा है 36 60 ते 72। इसे तरीके नाल असीं 36 60 72 इहदा करांगे। 2 एकम 2, 2 8 16, 2 9 18, 3 तीया 9, 60 दा करांगे। 2 तीए 60, 2 एकम 2 15, 3 5 15, 5 एकम 5, 72 दा करांगे। 2 तीए 6, 2 छिके 2 2 छिक 12, 2 एकम 2 18, 2 9 18, 3 तीए 9, 3 एकम 3। तो हुण बच्चों इत्थे 36 दे 60 दे ते 72 दे 36 दे आगे 2 गुणा 2 इत्थे भी लिखना है, एक एक लास्ट छड्डना है क्योंकि फिर नहीं तो गलत हो जाता है सवाल। 3 इत्थे साडे कोले आ गया 2 गुणा 2 गुणा 3 गुणा 5। 72 च आ गया 2 गुणा 2 गुणा 2 गुणा 3 गुणा 3। तो तुसी देखो एक तो ये वाला 2 तिन्नां च है, ये भी 2 तिन्नां च है। एक जे असी 3 देखिए, ये भी 3 तिन्नां दे विच दिता है। तो महत्तम समावर्तक साडा की आ जाएगा बच्चों 2 गुणा 2 गुणा 3, 2 दूनी 4, 4 तीए 12, 12 आ गया। इस तरीके नाल असी डी क्वेश्चन करांगे फोर्थ दा ही। फोर्थ दा डी क्वेश्चन है साडा 25 30 ते 35। हुण असी 25 30 35, 25 का तो सीधा आ गया 5 5 25, 30 का 5 तो ही शुरू कर लेने, 5 छिका 30, 3 दूनी 6, 2 एकम 2, इत्थे 5 7 35, 7 एकम 7। तो देखो इत्थों दिख रहा है 5 सारिਆਂ 'ਚ कॉमन है, ठीक है। पर तुसी जदों ये सवाल आंदा है तो
नंबरस के अकॉर्डिंगली आंदा तो तुसी ये स्टैप सारे करने हैं। 5 गुना 5, इहदा आ गया 5 गुना 3 गुना 2, इहदा आ गया 5 गुना 7। तो इन्हां चों सारियां चों 5 कॉमन है या सांझा कहने आपां पंजाबी च। महत्तम समावर्तक बच्चों साडा आ गया 5। तो हुण चलते हैं 5वां क्वेश्चन। 5वें क्वेश्चन दे विच देखो अपनी बुक च बच्चों तुसी 5वें क्वेश्चन दे विचों गल कर रहे हैं हेठां दित्तियां संख्यावां दा महत्तम समावर्तक अभाज गुणनखंड विधि राही पता करो। हुण इत्थे अभाज गुणनखंड विधि राही उन्होंने कहा सी पहला महत्तम समावर्तक गुणनखंड विधि राही, अभाज गुणनखंड विधि राही ये वैसे सेम ही है। इत्थे इन्हां नूं लिखना चाहिदा सीगा भी भाग विधि राही। तो बच्चों ये भाज गुणनखंड विधि राही आप महत्तम समावर्तक ये उही पहला जिवें 2 सवाल सीगे 2 रकमां दित्तियां होईयां तां उदों करने सी 3। ये इन्हां दोनों का ही मिले हुए क्वेश्चनस इकट्ठे पाते जिवें पहला 2 संख्यावां देतियां उस तो बाद 3 संख्यावां देतियां। चलो ये वाले भी क्वेश्चनस हल कर देने। वैसे तुहानूं ये वाला ठीक है समझ आ चुके हैं हुण क्वेश्चनस। ये भाग है 42 ते 84। अच्छा हुण बच्चों 42 उस तरीके नाल जिवें आपां पहला कीता सी हुण इहदे च 2 ही संख्यावां ने और शुरू जिहड़ी हैगी जदों भी करना है अभाज संख्या होनी चाहिए जिवें 7 6 42। तो हुण 6 एकम 6 नहीं लिखना इत्थे 2 तीए 6 3 एकम 3। इस तरीके नाल 84 नूं तुसीं 7 नाल कर लो 7 एकम 7 7 दूनी 14। उस तो बाद 2 6 12 फिर 2 तीए 6 तो 3 एकम 3। तो इत्थे साडे कोले हुण 42 दे जिहड़े आगे गुणनखंड 7 गुना 2 गुना 3, जिहड़े 84 दे साडे कोल आ गए 7 गुना 2 गुना 2 गुना 3। तो इन्हां चों सांझे गुणनखंड 7 हो गया 2 हो गया तो 3 हो गया। इहदा मतलब महत्तम समावर्तक साडा की आ गया बच्चों 7 गुना 2 गुना 3। इहदा मतलब 7 दूनी 14 14 तीए 42 42 आ गया साडा। बी क्वेश्चन है इहदे च तुहाडा 5वां क्वेश्चन कर रहे हैं बच्चों आपां 45 ते 90। तो हुण असीं 45 दा करांगे ते 90 दा करांगे। 5 नाए 45 हुण 9 एकम 9 ही नहीं लिख देना इत्थे क्योंकि 9 अभाज संख्या नहीं है। 3 तीए 9 3 एकम 3 हो गया। 90 नूं असीं जदों करांगे 3 नाल भी कर सकते हैं 3 तीए 90 3 10 30 5 दूनी 10 2 एकम 2। तो हुण तुसीं इत्थे 45 दे ते 90 दे गुणनखंड लिख दोगे 5 गुना 3 गुना 3 90 दे 5 गुना 3 गुना 3 गुना 2। तो हुण इहदे च महत्तम समावर्तक बच्चों साडा की आ गया एक तो ये हो गए ये भी हो गया ये भी हो गया। 5 गुना 3 गुना 3 तो 15 30 5 30 15 15 30 45। तो ये ध्यान नाल देखो बच्चों 42 आया सी इत्थे साडे कोल 45 आ गया। सी क्वेश्चन है सी क्वेश्चन दे विच तुहाडा नैक्सट पेज पे कर रहे हैं पूरा नहीं आऊगा इत्थे नीचे। तो सी क्वेश्चन 5वां कर रहे हैं। सी क्वेश्चन सी है 16 64 ते 80। हुण असीं इत्थे 16 64 80 तिन्हां दे अभाज गुणनखंड राही कर रहे हैं असीं ये 2 8 16 2 चौके 8 2 दूनी 4 2 एकम 2। इत्थे इस तरीके नाल 32 2 16 2 8 2 चौके 2 दूनी 2 एकम। ये वैसे बच्चों तुहाडे उही याद हो जाना चाहिए 32 2 नूं 5 वारी लिखण ते आंदा है 64 जिहड़ा 2 नूं 6 वारी लिखण ते आंदा। जो तुसीं वारी वारी सवाल करोगे तो कुछ गल्लां तुहाडे वैसे ही याद हो जांदियां। 2 40 2 20 दा 2 10 20 2 5 10 5 एकम 5। तो हुण असीं 16 दे किन्ने ने 1 2 3 4 ठीक है 1 2 3 4
64 ਦੇ ਮੈਂ ਦੱਸਿਆ ਸੀ 6 ਵਾਰੀ ਹੋਣਗੇ, 32 ਦੇ 5 ਵਾਰੀ 2 ਹੁੰਦੇ, 1 2 3 4 5 6। 80 ਦੇ ਵਿੱਚੋਂ 1 2 3 4, 1 2 3 4 ਗੁਣਾ 5। ਇਹਦਾ ਮਤਲਬ 4 ਜਿਹੜੇ ਹੈ ਸਾਰਿਆਂ 'ਚ ਹੀ ਸਾਂਝੇ ਹੈ। ਠੀਕ ਹੈ, ਤਾਂ ਮਹੱਤਮ ਸਮਾਵਰਤਕ ਸਾਡਾ ਕੀ ਆ ਗਿਆ, 2 ਗੁਣਾ 2 ਗੁਣਾ 2 ਗੁਣਾ 2, 4 ਵਾਰੀ 2, 2 दूनी 4, 4 दूनी 8, 8 दूनी 16। तो इन्हां चों ही एक संख्या आ रही है महत्तम समावर्तक ये वाले सवालों। डी क्वेश्चन है 45, 90 ते 105। 45 दे करने हैं असी गुणनखंड, 90 दे करने हैं, 105 दे करने। 5 नाए 45, 3 तिया 9, 3 एकम 3। इत्थे किता 5 एकम 5, 5 8 40, 3 छिके 18, 3 दूनी 6, 2 एकम 2, 5 दूनी 10, 5 एकम 5, 7 तिया 21, 3 एकम 3। तो हुण 45 दे गुणनखंड की है 5 गुना 3 गुना 3। 90 दे गुणनखंड की है 5 गुना 3 गुना 3 गुना 2। 105 दे 5 गुना 7 गुना 3। तो हम देखो इन्हां सारिਆਂ चों सांझे की है 5 है ते 3 है, यही है। तो हुण तो सबनों समझ आ गया, वेरी गुड। महत्तम समावर्तक की आ गया 5 गुना 3, 15 आ गया। ठीक है बच्चों, ਇਹਦੇ 'ਚ ਸਾਡੇ ਕੋਲੇ 5 तिये 15। तो बच्चों इत्थे तुहाडा 15 यह 5वां सवाल हो गया। अगे चलते हैं आपां 6वें सवाल ते। तो बुक दे विच देखो जिहड़ा तुहाडा 6वां सवाल है, हेठां दित्तियां संख्यावां दा महत्तम समावर्तक भाग विधि राही पता करो। इत्थे बच्चों इन्हां ने भाग विधि लिखिया है तो करना है। तुसी अदरवाइज़ वैसे भी जदों आपां नूं अगे लोड़ पैंदी है महत्तम समावर्तक दी तो भाग विधि ही जल्दी हुंदा है, आपां भाग विधि राही ही प्रैफर करते हैं और ईजी भी है और गलती भी नहीं है हो सकती। तो ये किमें करनी है, ये मैं तुहानूं पहलां वैसे वीडियो अपलोड की है जिहड़ा 4.2 करवाई सीगी कि 4.4 जो भी एक्सरसाइज उहदे च दसी सी भी भाग विधि राही आपां महत्तम समावर्तक किमें कढदे हैं। तो 6वां सवाल है, हुण दस दिंदे हां। 2 जिवें दित्ते हुए हैं 48 ते 60। ये छोटी संख्या जिमें देखो 48 है, 48 नूं असीं रखांगे भाग उस तरीके नाल पा लांगे 48 एकम 48। ठीक है, क्योंकि 2 तो वड्डा हो जाएगा। इत्थे असीं घटाओ करांगे 5 4 गए 1। आह भाग विधि ये की है, हुण इत्थों ये वाली संख्या इधर विच आ जाऊगी। इनू उदों तक करना है जदों इत्थे साडे कोले अभाज संख्या नहीं आ जाती, क्योंकि 12 जिहड़ी है वह भाज संख्या 12। हुण 12 चौके 48 हुंदा। ठीक है, इत्थे हुण इहदे च की हो गया, पूरा जिहड़ा साडे कोले वंडिया गया। तो यदा मतलब इन्हां दोनों का महत्तम समावर्तक जिहड़ा कि आ गया साडा 12 आ रहा। तो ये बच्चों 12 आ रहे हैं, इत्थे 0 आ गया है। यदा मतलब इन्हां दोनों का महत्तम समावर्तक साडे कोले की आ गया है 12। जदों साडा इत्थे खत्म हो जाता है वह महत्तम समावर्तक आ जाना है। 20 सवाल है 120 ਅਤੇ 140। हुण छोटी संख्या 120 है, 120 नूं असीं रखांगे बाहर, 140 नूं अंदर। 120 एकम 120 घटाओ किया इत्थे 20 आ गया। हुण इहदे अंदर 120 रखना है। 20 दे पहाड़े दे विच 120 आंदा, 6 दा 120 आ जांदा। इहदा मतलब महत्तम समावर्तक साडा इत्थे कितना आ गया 20 आ गया। इन्हां दोनों का 120 और 140 का महत्तम समावर्तक 20 है। 20 मतलब वड्डी तो वड्डी संख्या जिहड़ी दोनों नूं वंड रही है। इहदा मतलब हुण 3 संख्यावां दित्तियां होण जे 12 18 64। आपां पहलां 2 नूं भाग करना है, जिवें 12 ते 18 का आपां करते हैं। 12 एकम 12, 8 चों 2 गए 6,
6 दूनी 12। ਹੁਣ ਇਹਨਾਂ 12 ਤੇ 18 ਦਾ ਮਹੱਤਮ ਸਮਾਵਰਤਕ 6 ਆ ਗਿਆ। ਹੁਣ 64 ਵੀ ਹੈ, ਆਪਾਂ 6 ਨਾਲ 64 ਇਹਨਾਂ ਦੋਨਾਂ ਦਾ ਕਰਾਂਗੇ। 6 ਅਤੇ ਜਦੋਂ 64 ਦਾ ਕਰਨਾ ਹੈ ਤਾਂ 6 ਦੇ ਪਹਾੜੇ ਦੇ ਵਿੱਚ ਹੁਣ 64 ਤਾਂ ਆਊਗਾ ਨਹੀਂ, 6 ਕਮ 6 ਸੌਰੀ 6 6 10 60 4 ਆ ਗਿਆ। ਹੁਣ ਇੱਥੇ 6 ਵਿੱਚ ਲਿਖਾਂਗੇ, 4 ਏਕਮ 4 2 ਆ ਗਿਆ, 2 ਦੂਣੀ 4। ਤਾਂ ਇਹਨਾਂ ਤਿੰਨਾਂ ਦਾ ਜਿਹੜੀ ਵੱਡੀ ਤੋਂ ਵੱਡੀ ਸੰਖਿਆ ਜਿਹੜੀ ਤਿੰਨਾਂ ਨੂੰ ਵੰਡਦੀ ਹੈ, ਇਹਦਾ ਮਤਲਬ ਮਹੱਤਮ ਸਮਾਵਰਤਕ ਦਾ ਮਤਲਬ ਬੱਚੋ ਇਹ ਵੀ ਹੁੰਦਾ ਵੱਡੀ ਤੋਂ ਵੱਡੀ ਸੰਖਿਆ ਜਿਹੜੀ ਤਿੰਨਾਂ ਨੂੰ ਵੰਡੇ ਉਹ ਕਿਹੜੀ ਹੈ? 2। ਇਹਨਾਂ 12 18 64 ਦੀ। ਇਹ ਸੀਗਾ ਤੁਹਾਡਾ ਸੀ ਕੁਐਸਚਨ। ਅੱਗੇ ਡੀ ਕੁਐਸਚਨ ਹੈ, ਇਸੇ 6ਵਾਂ ਸਵਾਲ ਦਾ ਹੀ ਡੀ ਹੈ 60 96 ਤੇ 128। ਹੁਣ ਆਪਾਂ 60 ਤੇ 96 ਨੂੰ ਭਾਗ ਵਿਧੀ ਰਾਹੀਂ ਜਦੋਂ ਕਰਾਂਗੇ, 60 ਦੂਣੀ ਜ਼ਿਆਦਾ ਹੋ ਜਾਏਗਾ, 60 ਏਕਮ 60 6 3 36 ਆ ਗਿਆ, 36 ਦੂਣਾ 72 ਹੁੰਦਾ, ਉਹ ਵੀ ਤਾਂ 36 ਏਕਮ 36 ਹੀ ਕਰ ਦਾਂਗੇ। ਇੱਥੇ ਘਟਾਓ ਕਰਦੇ 10 ਚੋਂ 6 ਗਏ 4, ਇੱਥੇ 5 ਰਹਿ ਗਏ, 5 ਚੋਂ 3 ਗਏ 2, ਤਾਂ 24 24 ਇੱਥੇ ਇਹ ਵਾਲੀ ਸੰਖਿਆਵਾਂ ਵਿੱਚ ਆਈ ਜਾਣਗੇ ਕਿਉਂਕਿ ਇਹ ਭਾਗ ਵਿਧੀ ਰਾਹੀਂ ਅਸੀਂ ਮਹੱਤਮ ਸਮਾਵਰਤਕ ਕੱਢ ਰਹੇ ਹਾਂ। 24 ਏਕਮ 24, 6 ਚੋਂ 4 ਗਏ 2, ਇੱਥੇ ਹੁਣ 24 12 ਨਾਲ ਪੂਰਾ ਵੰਡਿਆ ਜਾਏਗਾ, 12 ਦੂਣੀ 24। ਤਾਂ 60 ਤੇ 96 ਦਾ ਮਹੱਤਮ ਸਮਾਵਰਤਕ ਸਾਡਾ 12 ਆ ਗਿਆ। ਹੁਣ ਅਸੀਂ 12 ਤੇ 128 ਦਾ ਕਰਾਂਗੇ। ਤਾਂ ਹੁਣ ਜਦੋਂ 12 ਤੇ 128 ਦਾ ਕਰਾਂਗੇ ਤਾਂ 12 10 120 8 ਇੱਥੇ 12 ਹੋ ਜਾਊਗਾ, 8 ਏਕਮ 8 4 ਆ ਗਿਆ, 4 ਦੂਣੀ 8। ਤਾਂ ਇਹਨਾਂ ਤਿੰਨਾਂ ਦਾ ਬੱਚੋ ਮਹੱਤਮ ਸਮਾਵਰਤਕ ਸਾਡੇ ਕੋਲੇ ਕੀ ਆ ਗਿਆ? ਮਹੱਤਮ ਸਮਾਵਰਤਕ 60 96 128 ਦਾ 4। ਠੀਕ ਹੈ, ਇਹ ਡੀ ਸਵਾਲ ਸੀ 6ਵੇਂ ਦਾ ਤੁਹਾਡਾ। ਅੱਗੇ ਕੁਐਸਚਨ 7ਵਾਂ ਹੈ, ਉਹ ਕਹਿੰਦਾ ਉਹ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜਿਹੜੀ 60 75 ਅਤੇ 90 ਨੂੰ ਪੂਰਾ ਪੂਰਾ ਵੰਡੇ। ਵੱਡੀ ਤੋਂ ਵੱਡੀ ਸੰਖਿਆ ਜਦੋਂ ਕਿਹਾ ਹੋਵੇ ਨਾਲੇ ਪੂਰਾ ਪੂਰਾ ਵੰਡੇ, ਉਦੋਂ ਆਪਾਂ ਮਹੱਤਮ ਸਮਾਵਰਤਕ ਕੱਢਣਾ ਹੁੰਦਾ ਹੈ। ਇਹ ਯਾਦ ਰੱਖਣਾ ਹੈ। ਇੱਥੇ ਤਾਂ ਤੁਹਾਨੂੰ ਐਕਸਰਸਾਈਜ਼ 'ਚ ਆ ਗਿਆ ਤਾਂ ਤੁਹਾਨੂੰ ਪਤਾ ਵੀ ਮਹੱਤਮ ਸਮਾਵਰਤਕ ਦੇ ਕੁਐਸਚਨ ਜਦੋਂ ਪੇਪਰ ਦੇ ਵਿੱਚ ਬੱਚੋਂ ਮਿਕਸ ਕੁਐਸਚਨ ਆਉਂਦੇ ਉਹਦੇ ਬੱਚਿਆਂ ਨੂੰ ਪਤਾ ਹੀ ਨਹੀਂ ਚੱਲਦਾ ਵੀ ਅਸੀਂ ਲਘੁੱਤਮ ਕੱਢਣਾ ਹੈ ਕਿ ਮਹੱਤਮ ਕਰਨਾ। ਤੇ ਇਹ ਯਾਦ ਰੱਖਣਾ ਹੈ, ਜਦੋਂ ਵੱਡੀ ਤੋਂ ਵੱਡੀ ਸੰਖਿਆ ਬਾਰੇ ਪੁੱਛਿਆ ਹੋਵੇ ਔਰ ਪੂਰਾ ਪੂਰਾ ਵੰਡੇ ਉਦੋਂ ਅਸੀਂ ਉਹਨੂੰ ਮਹੱਤਮ ਸਮਾਵਰਤਕ ਹੀ ਕੱਢਣਾ ਹੈ। ਤਾਂ 7ਵਾਂ ਕੁਐਸਚਨ ਹੁਣ 3 ਸੰਖਿਆਵਾਂ ਦਾ। ਹੁਣ ਤੁਸੀਂ ਇੱਥੇ ਕੋਈ ਵੀ ਵਿਧੀ ਅਪਣਾ ਸਕਦੇ ਹੋ, ਚਾਹੇ ਤੁਸੀਂ ਭਾਗ ਵਿਧੀ ਰਾਹੀਂ, ਚਾਹੇ ਤੁਸੀਂ ਅਪਾਜ ਗੁਣਨ ਖੰਡ ਵਿਧੀ ਰਾਹੀਂ। 7ਵਾਂ ਕੁਐਸਚਨ ਹੈ ਜਿਹੜੀ ਤੁਹਾਨੂੰ ਠੀਕ ਸੌਖੀ ਲੱਗਦੀ ਹੈ ਤਾਂ ਪੂਰੀ ਜਿਹੜੀ ਵੰਡੇ ਅਸੀਂ 60 75 ਤੇ 90 ਦਾ ਮਹੱਤਮ ਸਮਾਵਰਤਕ ਕੱਢ ਲੈਨੇ। 60 ਭਾਗ ਵਿਧੀ ਰਾਹੀਂ ਕਰਦੇ ਹਾਂ। 60 ਤੇ 75 ਦਾ ਜੋ ਅਸੀਂ ਕਰਾਂਗੇ 60 ਏਕਮ 60, ਇੱਥੇ 15 ਆ ਜਾਊਗਾ, ਤਾਂ 15 ਚੌਕੇ 60 ਹੁੰਦਾ ਹੈ। ਠੀਕ ਹੈ, ਹੁਣ ਅਸੀਂ 15 ਤੇ 90 ਦਾ ਕਰਾਂਗੇ ਤਾਂ ਇਹਦੇ 'ਚ ਹੁਣ 15 ਦੇ ਪਹਾੜੇ ਦੇ ਵਿੱਚ 90 15 8 सॉरी 15 छिके सॉरी बच्चों वो तो 120 हो जाएगा। 15 छिका 90। ਤਾਂ ਇੱਥੇ ਆਪਣਾ ਮਹੱਤਮ ਸਮਾਵਰਤਕ ਜਾਂ ਅਸੀਂ ਇਹਨੇ ਕੁਐਸਚਨ ਦੇ ਵਿੱਚ ਜਿਵੇਂ ਕਿ ਵੱਡੀ ਤੋਂ ਵੱਡੀ ਸੰਖਿਆ ਜਿਹੜੀ ਇਹਨਾਂ ਤਿੰਨਾਂ ਨੂੰ ਪੂਰਾ ਵੰਡੇ ਉਹ ਕਿਹੜੀ ਹੈ? 15 ਹੈ। ਇਹਦਾ ਉੱਤਰ ਕੀ ਆ ਜਾਊਗਾ ਬੱਚੋ? 15। ਪ੍ਰਸ਼ਨ ਲਿਖ ਕੇ ਤੁਸੀਂ ਵੱਡੀ ਤੋਂ ਵੱਡੀ ਸੰਖਿਆ ਜਿਹੜੀ ਪੂਰਾ ਇਹਨਾਂ ਨੂੰ ਵੰਡ ਰਹੀ ਹੈ ਉਹ ਕਿਹੜੀ ਸੰਖਿਆ ਹੈ? ਉਹ 15 ਹੈ। 15 ਉੱਤਰ ਆ ਗਿਆ ਤੁਹਾਡਾ। ਅਗਲਾ ਲਾਸਟ ਕੁਐਸਚਨ ਹੈ ਐਕਸਰਸਾਈਜ਼ ਦਾ 8ਵਾਂ। 8ਵੇਂ ਕੁਐਸਚਨ 'ਚ ਕਹਿੰਦਾ ਹੈ 3 ਡਰਮਾਂ ਵਿੱਚ 36 ਲੀਟਰ 45 ਲੀਟਰ ਅਤੇ 72 ਲੀਟਰ ਦੁੱਧ ਹੈ। ਉਹ ਵੱਡੇ ਤੋਂ ਵੱਡਾ ਬਰਤਨ ਦੱਸੋ ਜਿਹੜਾ ਤਿੰਨਾਂ ਡਰਮਾਂ ਦੇ ਦੁੱਧ ਨੂੰ ਪੂਰੀ ਤਰ੍ਹਾਂ ਮਾਪ ਸਕੇ। ਹੁਣ ਉਹ ਕਹਿੰਦਾ ਵੱਡੇ ਤੋਂ ਵੱਡਾ ਬਰਤਨ, ਇਹਦਾ ਮਤਲਬ ਉਹੀ ਹੋ ਗਿਆ ਮਹੱਤਮ ਸਮਾਵਰਤਕ ਕੱਢਣਾ ਆਪਾਂ ਨੇ ਇਹਦੇ 'ਚ ਵੀ। ਇਹਦੇ 'ਚ ਕਿੰਨਾ ਦਿੱਤਾ ਹੋਇਆ ਹੁਣ ਇਹਨਾਂ ਨੇ
क्वेश्चन च ड्रमां दे विच एक च हैगा साडे कोले 36 लीटर, एक च हैगा 45 लीटर, एक च हैगा 72 लीटर। तो असी 36 ਅਤੇ 45 ਦਾ ਪਹਿਲਾਂ ਕੱਢ ਲੈਂਦੇ। 36 एकम 36, 9 आ जाएगा, 9 चौका 36, मतलब 9 आ गया इन्हों दोनों का, ਵੱਡੇ तो ਵੱਡਾ ਜਿਹੜਾ ਵੰਡੂਗਾ। तो 9 8 72, ਇਹਦਾ मतलब ਜਿਹੜਾ 9 ਲੀਟਰ है वो ਤਿੰਨੇ ड्रमां ਦੇ ਵਿੱਚ पूरी तरह माप सकते हैं आप। ठीक है, तो ਇਹਦਾ 9 ਵਿੱਚੋਂ उत्तर आ गया। तो पूरी स्टेटमेंट लिख के फिर लिखना 9, ਤੁਸੀਂ लिखना 3 ड्रमां ਵਿੱਚ भी ਵੱਡੇ ਤੋਂ ਵੱਡਾ बर्तन ਜਿਹੜਾ ਹੋਊਗਾ ਉਹ ਜਿਹੜਾ ਤਿੰਨੇ ड्रमां ਦੇ ਦੁੱਧ ਨੂੰ पूरी तरह माप सके वो ਕਿਹੜਾ ਹੋਊਗਾ 9 ਲੀਟਰ ਦਾ। ओके बच्चों, थैंक यू।